ਗੁੱਡ ਮਾਰਨਿੰਗ ਚਿਲਡਰਨ। ਬੱਚਿਓ, ਅੱਜ ਆਪਾਂ ਭਾਈ ਵੀਰ ਸਿੰਘ ਦੀ ਕਵਿਤਾ ਸਮਾਂ ਪੜ੍ਹਾਂਗੇ। ਇਸ ਕਵਿਤਾ ਵਿੱਚ ਕਵੀ ਨੇ ਵਰਤਮਾਨ ਸਮੇਂ ਦੀ ਕਦਰ ਕਿਸ ਤਰ੍ਹਾਂ ਕਰਨੀ ਹੈ ਉਸ ਬਾਰੇ ਦੱਸਿਆ ਹੈ। ਕਵਿਤਾ ਸਮਝਾਉਣ ਤੋਂ ਪਹਿਲਾਂ ਮੈਂ ਕਵੀ ਦੀ ਜੀਵਨੀ 'ਤੇ ਚਾਨਣਾ ਪਾਵਾਂਗੀ। ਭਾਈ ਵੀਰ ਸਿੰਘ ਜੀ ਨੂੰ ਆਧੁਨਿਕ ਕਾਲ ਦਾ ਪਿਤਾਮਾ ਜਾਣੀ ਪਿਤਾ ਵੀ ਮੰਨਿਆ ਗਿਆ ਹੈ। ਇਹਨਾਂ ਦੀਆਂ ਤਕਰੀਬਨ ਸਾਰੀਆਂ ਕਵਿਤਾਵਾਂ ਵਿੱਚੋਂ ਗੁਰਬਾਣੀ ਅਤੇ ਕੁਦਰਤ ਨਾਲ ਪਿਆਰ ਝਲਕਦਾ ਹੈ। ਆਪ ਨੂੰ ਅੰਗਰੇਜ਼ੀ ਦੇ ਪ੍ਰਸਿੱਧ ਕਵੀ ਵਿਲੀਅਮ ਵਰਡਸਵਰਥ ਨਾਲ ਵੀ ਜੋੜਿਆ ਜਾਂਦਾ ਹੈ, ਕਿਉਂਕਿ ਵਿਲੀਅਮ ਵਰਡਸਵਰਥ ਵੀ ਕੁਦਰਤ ਨੂੰ ਬਹੁਤ ਪਿਆਰ ਕਰਦੇ ਸਨ। ਉਹਨਾਂ ਦੀਆਂ ਕਵਿਤਾਵਾਂ ਵੀ ਕੁਦਰਤ ਦੇ ਪ੍ਰਤੀ ਪ੍ਰੇਮ ਨਾਲ ਭਰੀਆਂ ਹੋਈਆਂ ਸਨ। ਭਾਈ ਵੀਰ ਸਿੰਘ ਦੇ ਜਨਮ ਤੋਂ ਤਕਰੀਬਨ 1 ਸਦੀ ਪਹਿਲਾਂ 1770 ਈਸਵੀ 1770 ਵਿੱਚ ਉਹਨਾਂ ਦਾ ਜਨਮ ਹੋਇਆ ਅਤੇ ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿਖੇ ਸਰਦਾਰ ਚਰਨ ਸਿੰਘ ਦੇ ਘਰ ਹੋਇਆ। ਆਪ ਨੂੰ ਅਰਸ਼ ਤੋਂ ਫਰਸ਼ ਦਾ ਕਵੀ ਵੀ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ। ਆਪ ਦੀਆਂ ਰਚਨਾਵਾਂ ਵਿੱਚ ਗੁਰਮੁਖ ਜੀਵਨ ਕਿੱਦਾਂ ਦਾ ਹੋਵੇ, ਮਨੁੱਖ ਆਪਣਾ ਸਮਾਂ ਕਿਵੇਂ ਬਤੀਤ ਕਰੇ, ਪਰਮਾਤਮਾ ਦੇ ਲੜ ਲੱਗ ਕੇ ਸਮੇਂ ਨੂੰ ਕਿਵੇਂ ਸੰਭਾਲੇ, ਆਪਣੀ ਜ਼ਿੰਦਗੀ ਦੇ ਪਲਾਂ ਦਾ ਇਸਤੇਮਾਲ ਕਿਵੇਂ ਕਰੇ ਆਦਿ ਸਿੱਖਿਆਵਾਂ ਮਿਲਦੀਆਂ ਹਨ। ਆਪ ਦੇ ਪਿਤਾ ਸਰਦਾਰ ਚਰਨ ਸਿੰਘ ਉੱਪਰ ਬਿਰਜ ਭਾਸ਼ਾ, ਸੰਸਕ੍ਰਿਤ ਭਾਸ਼ਾ ਅਤੇ ਹੋਰ ਕਈ ਭਾਸ਼ਾਵਾਂ ਦਾ ਪ੍ਰਭਾਵ ਸੀ ਅਤੇ ਉਹੀ ਅਸਰ ਆਪ ਉੱਪਰ ਵੀ ਦਿਖਾਈ ਦਿੰਦਾ ਸੀ। ਆਪ ਸਿੱਖ ਧਾਰਮਿਕ ਲਹਿਰਾਂ ਨਾਲ ਵੀ ਜੁੜੇ ਅਤੇ ਕਈ ਲਹਿਰਾਂ ਦੀ ਅਗਵਾਈ ਵੀ ਕੀਤੀ। ਰਾਣਾ ਸੂਰਤ ਸਿੰਘ, ਲਹਿਰਾਂ ਦੇ ਹਾਰ, ਮਟਕ ਹਲਾਰੇ, ਸੁੰਦਰੀ, ਸ੍ਰੀ ਕਲਗੀਧਰ ਚਮਤਕਾਰ ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ। ਆਪ ਨੂੰ 1954 ਈਸਵੀ ਵਿੱਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਦੀ ਉਪਾਧੀ ਮਿਲੀ। ਮੇਰੇ ਸਾਈਆਂ ਜੀਓ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਪੰਜਾਬ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਡਿਗਰੀ ਦਿੱਤੀ ਗਈ। ਆਪ ਨੇ ਸਮਾਂ ਕਵਿਤਾ ਵਿੱਚ ਆਪਣੇ ਆਪ ਨੂੰ ਇਸਤਰੀ ਮੰਨ ਕੇ ਪਾਠਕਾਂ ਦੇ ਸਾਹਮਣੇ ਇਹ ਕਵਿਤਾ ਪੇਸ਼। ਇਸ ਕਵਿਤਾ ਵਿੱਚ ਉਹਨਾਂ ਨੇ ਮਨੁੱਖ ਨੂੰ ਸਮੇਂ ਨੂੰ ਸੰਭਾਲਣ ਦੀ ਸਿੱਖਿਆ ਦਿੱਤੀ ਹੈ ਕਿ ਸਮਾਂ ਜੋ ਇਹ ਕਿਸੇ ਦੇ ਰੋਕਿਆਂ ਰੁਕਦਾ ਨਹੀਂ। ਚਾਹੇ ਮਨੁੱਖ ਕਿੰਨੀ ਵੀ ਕੋਸ਼ਿਸ਼ ਕਰ ਲਵੇ, ਇਹ ਟੱਪਦਾ ਹੀ ਜਾਂਦਾ ਹੈ, ਲੰਘਦਾ ਹੀ ਜਾਂਦਾ ਹੈ। ਸਮੇਂ ਦੀ ਤੁਲਨਾ ਉਹਨਾਂ ਨੇ ਦਰਿਆ ਦੇ ਤੇਜ਼ ਵਹਾਓ ਨਾਲ ਕੀਤੀ ਹੈ ਕਿ ਜਿਸ ਤਰ੍ਹਾਂ ਦਰਿਆ ਦਾ ਪਾਣੀ ਰੁਕਿਆਂ ਰੁਕਦਾ ਨਹੀਂ, ਉਸੇ ਤਰ੍ਹਾਂ ਸਮਾਂ ਜਿਹੜਾ ਉਹ ਵੀ ਰੁਕਿਆਂ ਰੁਕਦਾ ਨਹੀਂ। ਮਨੁੱਖ ਨੂੰ ਇਸ ਦੀ ਸੰਭਾਲ ਚੰਗੇ ਕੰਮ ਕਰਕੇ, ਪਰਮਾਤਮਾ ਦਾ ਨਾਮ ਲੈ ਕੇ, ਵੱਡਿਆਂ ਦੀ ਸੇਵਾ ਕਰਕੇ, ਛੋਟਿਆਂ ਨੂੰ ਪਿਆਰ ਕਰਕੇ, ਨਾਮ ਜਪ ਕੇ ਕਰਨੀ ਚਾਹੀਦੀ ਹੈ। ਅਤੇ ਜੇਕਰ ਇਹ ਲੰਘ ਗਿਆ ਫਿਰ ਵਾਪਸ ਨਹੀਂ ਆਉਂਦਾ। ਮਨੁੱਖ ਨੂੰ ਸਾਵਧਾਨ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਇਸ ਦੀ ਵਰਤੋਂ ਹੈ ਜਿਹੜੀ ਸਾਨੂੰ ਸੁਚੱਜੇ ਢੰਗ ਨਾਲ ਕਰਨੀ ਚਾਹੀਦੀ ਹੈ। ਅਤੇ ਹੁਣ ਆਪਾਂ ਪੜ੍ਹਦੇ ਹਾਂ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਕਵਿਤਾ। ਇਸ ਕਵਿਤਾ ਦੇ ਪੜ੍ਹਨ ਦੇ ਨਾਲ ਨਾਲ ਮੈਂ ਤੁਹਾਨੂੰ ਇਹਨਾਂ ਦੇ ਅਰਥ ਵੀ ਦੱਸਦੀ ਜਾਵਾਂਗੀ, ਜੋ ਤੁਸੀਂ ਨਾਲ ਦੀ ਨਾਲ ਅੰਡਰਲਾਈਨ ਕਰਕੇ ਲਿਖਦੇ ਜਾਣਾ। ਰਹੀ ਵਾਸਤੇ ਘੱਤ। ਘੱਤ ਮੀਨਸ ਹੁੰਦਾ ਪਾਉਣਾ ਜਾਂ ਕਰਨਾ। ਵਾਸਤੇ, ਇੱਥੇ ਵਾਸਤੇ ਤੋਂ ਭਾਵ ਲਈ ਨਹੀਂ,
ਇੱਥੇ ਵਾਸਤੇ ਤੋਂ ਭਾਵ ਹੈ ਤਰਲੇ ਕਰਨਾ, ਤਰਲੇ ਪਾਉਣਾ, ਤਰਲੇ ਕਰਨਾ। ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ। ਇੱਕ ਨਾ ਮੰਨੀ ਤੋਂ ਭਾਵ ਵੀ ਬਿਲਕੁਲ ਵੀ ਮੇਰੀ ਇੱਕ ਵੀ ਗੱਲ ਨਹੀਂ ਸੁਣੀ। ਉਹ ਆਪਣੇ ਆਪ ਨੂੰ ਇਸਤਰੀ ਮੰਨਦੇ ਹੋਏ, ਇਸਤਰੀ ਰੂਪ ਵਿੱਚ ਬੋਲਦੇ ਹੋਏ ਕਵੀ ਖੁਦ ਕਹਿੰਦੇ ਹੈ ਕਿ ਰਹੀ ਵਾਸਤੇ ਘੱਤ, ਵੀ ਮੈਂ ਸਮੇਂ ਦੇ ਤਰਲੇ ਕਰਦੀ ਰਹੀ, ਪਰ ਸਮੇਂ ਨੇ ਮੇਰੀ ਇੱਕ ਵੀ ਨਾ ਮੰਨੀ। ਫੜ ਫੜ ਰਹੀ ਤਰੀਕ, ਤਰੀਕ ਤੋਂ ਭਾਵ ਹੁੰਦਾ ਖਿੱਚਣਾ, ਵੀ ਮੈਂ ਸਮੇਂ ਨੂੰ ਫੜ ਕੇ ਖਿੱਚਦੀ ਰਹੀ, ਆਪਣੇ ਨਾਲ ਬੰਨ੍ਹਦੀ ਰਹੀ। ਸਮੇਂ ਖਿਸਕਾਈ ਕੰਨੀ, ਕੰਨੀ ਤੋਂ ਭਾਵ ਪੱਲਾ, ਸਮੇਂ ਨੇ ਖਿਸਕਾਉਣਾ ਮਤਲਬ ਆਪਣੇ ਆਪ 'ਚ ਖਿੱਚ ਲੈਣਾ, ਵੀ ਸਮੇਂ ਨੇ ਆਪਣਾ ਪੱਲਾ ਸੀ ਜਿਹੜਾ, ਕੰਨੀ ਸੀ ਮੇਰੇ ਕੋਲੋਂ, ਖਿੱਚ ਲਈ। ਕਿਵੇਂ ਨਾ ਸਕੀ ਰੋਕ, ਰੋਕ ਤੋਂ ਭਾਵ ਹੁੰਦਾ ਰੋਕਣਾ, ਰੁਕਾਵਟ ਪਾਉਣੀ, ਕਿਸੇ ਚੀਜ਼ ਨੂੰ ਬੰਨ੍ਹ ਕੇ ਰੱਖਣਾ, ਰੋਕਣਾ। ਕਿਵੇਂ ਨਾ ਸਕੀ ਰੋਕ, ਵੀ ਮੈਂ ਉਹਨੂੰ ਕਿਵੇਂ ਵੀ ਰੋਕ ਨਹੀਂ ਸਕੀ। ਅਟਕ ਜੋ ਪਾਈ ਭੰਨੀ, ਵੀ ਮੈਂ ਬਹੁਤ ਰੁਕਾਵਟਾਂ ਪਾਈਆਂ ਪਰ ਉਹ ਸਾਰੀਆਂ ਰੁਕਾਵਟਾਂ ਨੂੰ ਤੋੜ ਗਿਆ। ਤ੍ਰਿਖੇ ਆਪਣੇ ਵੇਗ, ਟੱਪ ਗਿਆ ਬੰਨੇ ਬੰਨੀ। ਕਵੀ ਕਹਿੰਦਾ ਹੈ ਕਿ ਮੈਂ ਸਮੇਂ ਨੂੰ ਰੋਕਣ ਵਾਸਤੇ ਬਹੁਤ ਰੁਕਾਵਟਾਂ ਪਾਈਆਂ, ਉਹਨੂੰ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਤ੍ਰਿਖੇ, ਤ੍ਰਿਖੇ ਤੋਂ ਭਾਵ ਹੁੰਦਾ ਹੈ ਤੇਜ਼, ਵੀ ਤ੍ਰਿਖੇ ਆਪਣੇ ਵੇਗ, ਵੇਗ ਮਤਲਬ ਵਹਾਓ, ਵੀ ਆਪਣੇ ਤਿੱਖੇ ਤੇਜ਼ ਵਹਾਓ ਦੇ ਨਾਲ ਗਿਆ ਟੱਪ ਬੰਨੇ ਬੰਨੀ, ਵੀ ਉਹ ਕਈ ਬੰਨੇ ਤੇ ਬੰਨੀਆਂ ਟੱਪ ਗਿਆ। ਇਸ ਉੱਪਰਲੇ ਪੈਰੇ 'ਚ ਉੱਪਰਲੀਆਂ ਸਤਰਾਂ ਦੇ ਵਿੱਚ ਕਵੀ ਨੇ ਸਮੇਂ ਨੂੰ ਵੀ ਮੈਂ ਕਿਸ ਤਰ੍ਹਾਂ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਉਹਦਾ ਵਹਾਓ ਇੰਨਾ ਤੇਜ਼ ਸੀ ਕਿ ਉਹ ਦਰਿਆ ਦੇ ਪਾਣੀ ਦੀ ਤਰ੍ਹਾਂ, ਦਰਿਆ ਦੇ ਤੇਜ਼ ਵਹਾਓ ਦੀ ਤਰ੍ਹਾਂ ਬੰਨੇ ਬੰਨੀਆਂ ਟੱਪ ਗਿਆ। ਅਗਲੀਆਂ ਸਤਰਾਂ ਦੇ ਵਿੱਚ ਕਵੀ ਮਨੁੱਖ ਨੂੰ ਸਮੇਂ ਨੂੰ ਸੰਭਾਲਣ ਵਾਸਤੇ ਹੁਸ਼ਿਆਰ ਕਰਦਾ ਹੈ। ਹੋ ਤੋਂ ਬਾਅਦ ਐਕਸਕਲੇਮੇਟਰੀ ਸਾਈਨ ਹੈ, ਇਸ ਤੋਂ ਭਾਵ ਹੈ ਕਿ ਮਤਲਬ ਕਿਸੇ ਨੂੰ ਸਾਵਧਾਨ ਕਰਨਾ। ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਵੀ ਕੀ ਕਹਿੰਦਾ ਹੈ, ਮਨੁੱਖ ਨੂੰ ਦੱਸਦਾ ਹੋਇਆ, ਸਾਵਧਾਨ ਕਰਦਾ ਹੋਇਆ ਕਹਿੰਦਾ ਹੈ ਕਿ ਅਜੇ ਸੰਭਾਲ ਇਸ ਸਮੇਂ ਨੂੰ, ਵੀ ਅਜੇ ਵੀ ਮੌਕਾ ਹੈ, ਅਜੇ ਵੀ ਸਮਾਂ ਹੈ ਤੇਰੇ ਕੋਲ। ਸੰਭਾਲ ਤੋਂ ਭਾਵ ਵੀ ਆਪਣੇ ਆਪ ਨੂੰ, ਇਹਨੂੰ ਕਿਸੇ ਲੇਖੇ ਲਾ। ਕਰ ਸਫਲ ਉਡੰਦਾ ਜਾਮਦਾ, ਵੀ ਇਹਨੂੰ ਸਫਲ ਕਰ, ਇਹਦਾ ਕੁਝ ਫਾਇਦਾ ਲੈ। ਸਫਲ ਕਰਨਾ ਮਤਲਬ ਉਹਦਾ ਕੁਝ ਫਾਇਦਾ ਲੈਣਾ, ਉਹਦੇ ਤੋਂ ਕੁਝ ਗੁਣ ਲੈਣਾ, ਉਸ ਤੋਂ ਕੁਝ ਕੰਮ ਲੈਣਾ। ਵੀ ਕਰ ਸਫਲ ਉਡੰਦਾ ਜਾਮਦਾ, ਵੀ ਸਮਾਂ ਜਿਹੜਾ ਉੱਡਦਾ ਹੀ ਜਾਂਦਾ, ਇਹ ਰੁਕਦਾ ਨਹੀਂ, ਇਹ ਠਹਿਰਨ ਜਾਚ ਨਾ ਜਾਣਦਾ। ਵੀ ਇਹ ਠਹਿਰਨ ਦੀ, ਠਹਿਰਨਾ ਮੀਨਸ ਰੁਕਣਾ, ਜਾਚ ਮੀਨਸ ਤਰੀਕਾ, ਢੰਗ ਵੱਲ, ਇਹਨੂੰ ਠਹਿਰਨ ਦਾ ਢੰਗ ਵੱਲ ਨਹੀਂ ਆਉਂਦਾ। ਲੰਘ ਗਿਆ ਨਾ ਮੁੜ ਕੇ ਆਉਂਦਾ, ਵੀ ਜੇਕਰ ਇਹ ਇੱਕ ਵਾਰ ਲੰਘ ਗਿਆ, ਇੱਕ ਵਾਰ ਦਰਿਆ ਦੇ ਪਾਣੀ ਦੀ ਤਰ੍ਹਾਂ ਚਲਾ ਗਿਆ, ਫਿਰ ਮੁੜ ਕੇ ਇਸਨੇ ਵਾਪਸ ਨਹੀਂ ਆਉਣਾ। ਇਹ ਸੁਭਾਅ ਹੈ ਪਾਣੀ ਦਾ, ਸਮੇਂ ਦਾ, ਕਿ ਜਿਹੜਾ ਇੱਕ ਵਾਰੀ ਲੰਘ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ। ਸੋ ਇਸ ਕਵਿਤਾ ਦੇ ਵਿੱਚ ਕਵੀ ਨੇ ਸਮੇਂ ਨੂੰ ਸੰਭਾਲਣ ਦੀ ਸਿੱਖਿਆ ਦਿੱਤੀ ਹੈ ਕਿ ਮਨੁੱਖ ਨੂੰ ਸਮਾਂ ਜਿਹੜਾ ਕਿਸ ਤਰ੍ਹਾਂ ਸੰਭਾਲਣਾ ਚਾਹੀਦਾ ਹੈ। ਪਰਮਾਤਮਾ ਦੀ ਪੂਜਾ ਕਰਨੀ ਚਾਹੀਦੀ ਹੈ, ਵੱਡਿਆਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ। ਕਵੀ ਨੇ ਇਸ ਕਵਿਤਾ ਦੇ ਵਿੱਚ ਇਹ ਵੀ ਦੱਸਿਆ ਕਿ ਮਨੁੱਖ ਨੂੰ ਸਮੇਂ ਨੂੰ ਆਪਣੇ ਆਪ ਮੁਤਾਬਕ ਢਲਣਾ ਚਾਹੀਦਾ। ਸਾਨੂੰ ਉਸ ਦੇ ਮੁਤਾਬਕ ਨਹੀਂ ਢਲਣਾ ਚਾਹੀਦਾ, ਸਾਨੂੰ ਸਮੇਂ ਦੇ ਮੁਤਾਬਕ ਨਹੀਂ ਢਲਣਾ ਚਾਹੀਦਾ, ਖੁਦ ਨੂੰ ਸਮੇਂ ਦੇ ਮੁਤਾਬਕ ਢਲਣਾ ਚਾਹੀਦਾ ਹੈ, ਤਾਂ ਜੋ ਅਸੀਂ ਉਸ ਨੂੰ ਸਫਲ ਕਰ ਸਕੀਏ। ਜਿਸ ਤਰ੍ਹਾਂ ਉਹ ਕਹਿੰਦਾ ਨਾ ਕਿ ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ। ਫੜ ਫੜ ਰਹੀ ਤਰੀਕ, ਸਮੇਂ ਖਿਸਕਾਈ ਕਰਨੀ, ਵੀ ਸਮਾਂ ਜਿਹੜਾ ਉਹ ਲੰਘਦਾ ਹੀ ਜਾ ਰਿਹਾ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਕਟੇ ਤਨ ਛੀਜੇ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਕਟੇ ਤਨ ਛੀਜੇ। ਭਾਵ
ਵੀ ਕਵੀ ਕਹਿੰਦਾ ਹੈ ਕਿ ਦਿਨ ਨਿਕਲੀ ਜਾ ਰਹੇ ਹੈ, ਉਸ ਤੋਂ ਬਾਅਦ ਪਹਿਰ ਹੋ ਗਿਆ, ਇੱਕ ਪੈਰ ਨਿਕਲ ਗਿਆ, ਦੋ ਪੈਰ ਨਿਕਲ ਗਏ, ਫਿਰ ਉਸ ਤੋਂ ਬਾਅਦ ਪਹਿਰਾਂ ਤੋਂ ਬਾਅਦ ਘੜੀਆਂ ਹੋ ਗਈਆਂ, ਥੋੜ੍ਹਾ ਪਲ ਹੋ ਗਏ, ਛਿਨ ਹੋ ਗਏ। ਇਸੇ ਤਰ੍ਹਾਂ ਕਹਿੰਦੇ ਸਾਡੀ ਜਿਹੜੀ ਉਮਰ ਹੈ ਉਹ ਘਟਦੀ ਜਾਂਦੀ ਹੈ, ਸਰੀਰ ਹੈ ਜਿਹੜਾ ਖਤਮ ਹੁੰਦਾ ਜਾਂਦਾ ਹੈ। ਮਨੁੱਖ ਨੂੰ ਸਮੇਂ ਨੂੰ ਸੰਭਾਲਣਾ ਚਾਹੀਦਾ ਹੈ। ਸੋ ਬੱਚਿਓ, ਤੁਸੀਂ ਇਸ ਕਵਿਤਾ ਨੂੰ ਪੜ੍ਹਨਾ, ਪੜ੍ਹ ਕੇ ਜਿਹੜੇ ਮੈਂ ਇਹਨਾਂ ਦੇ ਸ਼ਬਦ ਦੱਸੇ ਆ ਉਹਨਾਂ ਨੂੰ ਤੁਸੀਂ ਆਪਣੇ ਨੋਟ ਕਰ ਲੈਣਾ, ਸ਼ਬਦਾਂ ਦੇ ਅਰਥਾਂ ਨੂੰ ਨੋਟ ਕਰ ਲੈਣਾ। ਥੈਂਕ ਯੂ।